अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਭੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਮੈਂ ਜਿਹੜਾ ਪਿਛਲਾ ਪ੍ਰੋਗਰਾਮ ਉਰਦੂ 'ਚ ਕੀਤਾ ਸੀ ਉਹਦੇ 'ਚ ਮੈਂ ਅਰਜ਼ ਕੀਤੀ ਸੀ ਕਿ ਅਸਾਂ ਜਿਹੜਾ ਜਨਰਲ ਤਾਰਿਕ ਸਾਹਿਬ ਨੇ ਗੁਫ਼ਤਗੂ ਕੀਤੀ ਸੀ ਮੁਈਦ ਪੀਰਜ਼ਾਦਾ ਨਾਲ, ਉਹਨੂੰ ਉਰਦੂ 'ਚ ਕਰਕੇ ਉਹਦਾ ਕੁਛ ਨਾ ਕੁਛ ਹਿੱਸਾ ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਹੀ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਸਾਡਾ ਖਿਆਲ ਇਹ ਵੇ ਕਿ ਇਹਨੂੰ ਪੰਜਾਬੀ ਵਿੱਚ ਵੀ ਕੀਤਾ ਜਾਏ। ਉਰਦੂ ਜਿਹੜਾ ਮੈਂ ਕੀਤੀ ਸੀ ਉਹਦੇ 'ਚ ਵੀ ਮੈਂ ਇੱਕ ਤਮਸੀਲ ਜਾਂ ਇੱਕ ਮਿਸਾਲ ਦਿੱਤੀ ਰੀੜ੍ਹ ਦੀ ਹੱਡੀ ਵਾਲੀ, ਕਿ ਬੰਦੇ ਦੀ ਜਿਹੜੀ ਰੀੜ੍ਹ ਦੀ ਹੱਡੀ ਹੈ ਉਹਦਾ ਬੜਾ ਬੁਨਿਆਦੀ ਕਿਰਦਾਰ ਹੁੰਦਾ ਔਰ ਉਹਦੀ ਮਜ਼ਬੂਤੀ ਜਾਂ ਉਹਦਾ ਤੰਦਰੁਸਤ ਹੋਣਾ ਵੀ ਬੜਾ ਮਾਇਨੇ ਰੱਖਦਾ। ਲੇਕਿਨ ਅਗਰ ਉਹਦੇ ਨਾਲ ਦੂਜੇ ਤੁਹਾਡੇ ਅਜ਼ਾ ਜਿਹੜੇ ਨੇ, ਮਤਲਬ ਪੱਠੇ ਜਾਂ ਜਿਹੜਾ ਤੁਹਾਡਾ ਨਰਵਸ ਸਿਸਟਮ ਹੈ, ਯਾਨੀ ਆਪਣਾ ਰਿਫਲੈਕਸਿਸ ਦੀ ਹੁਣ ਮੈਨੂੰ ਪੰਜਾਬੀ ਇਸ ਟਾਈਮ ਕੋਈ ਨਹੀਂ ਕਿ ਜਿਹਦੇ ਨਾਲ ਤੁਸੀਂ ਫੌਰੀ ਤੌਰ 'ਤੇ ਰੱਦ ਅਮਲ ਦਿੰਦੇ ਹੋ, ਰਿਐਕਟ ਕਰਦੇ ਹੋ, ਦੱਸਦੇ ਹੋ ਕਿ ਬਈ ਅਗਰ ਇੰਝ ਹੋਇਆ ਤਾਂ ਫਿਰ ਜਿਸਮ ਅੱਗੋਂ ਕਿਵੇਂ ਉਹਦਾ ਜਵਾਬ ਦਿੰਦਾ। ਇਹ ਸਾਰੇ ਸਿਸਟਮ ਔਰ ਉਸ ਤੋਂ ਬਾਅਦ ਤੁਹਾਡਾ ਖੂਨ ਦਾ ਨਿਜ਼ਾਮ, ਉਹਦੀ ਖੂਨ ਦੀ ਸਰਕੂਲੇਸ਼ਨ, ਸਾਂਸ ਦਾ ਨਿਜ਼ਾਮ, ਸਾਹ ਦੀ ਤਕਲੀਫ ਨਾ ਹੋਣਾ, ਫੇਫੜਿਆਂ ਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਗਰ ਉਹ ਆਪਣੀ ਆਪਣੀ ਥਾਵੇਂ ਸਹੀ ਕੰਮ ਨਾ ਕਰਦੀਆਂ ਹੋਣ, ਗੁਰਦੇ ਕੰਮ ਨਾ ਕਰਦੇ ਹੋਣ ਅਤੇ ਰੀੜ੍ਹ ਦੀ ਹੱਡੀ ਬੜੀ ਵੀ ਚੰਗੀ ਹੋਵੇ ਤਾਂ ਉਹ ਕੰਮ ਨਹੀਂ, ਮਤਲਬ ਜਿਸਮ ਜਿਹੜਾ ਉਹਦੀ ਸਲਾਮਤੀ ਦੀ ਜ਼ਮਾਨਤ ਕੋਈ ਨਹੀਂ ਹੁੰਦੀ। ਇਸ ਤਰ੍ਹਾਂ ਹੁਣ ਮੈਂ ਅੱਜ ਪੰਜਾਬੀ ਵਿੱਚ ਵੀ ਉਹਦੀ ਤਫਸੀਲ ਵਿੱਚ ਥੋੜ੍ਹਾ ਜਿਹਾ ਜਾਣਾ ਸੀ ਕਿ ਕਿਉਂ, ਕਿੰਨਾ ਮਾਨਿਆ ਹੈ। ਸਾਡੇ ਬਹੁਤ ਬਚਪਨ ਦੀ ਗੱਲ ਹੈ ਕਿ ਜਿਵੇਂ ਪਿੰਡਾਂ ਦੀਆਂ ਲੜਾਈਆਂ ਹੋ ਪੈਂਦੀਆਂ ਨਾ, 1-1.5-2 ਕਿੱਲਿਆਂ ਤੋਂ ਜਾਂ ਬੰਨੇ ਤੋਂ ਸਾਂਝੇ ਹੋਣ ਤੋਂ ਜਾਂ ਮਤਲਬ ਪਾਣੀ ਤੋਂ, ਕਈ ਇਹ ਬੁਨਿਆਦੀ ਚੀਜ਼ਾਂ ਚੱਲਦੀਆਂ ਆ ਰਹੀਆਂ ਸਨ। ਉੱਥੇ 1-1.5-2 ਕਿੱਲਿਆਂ ਦਾ ਵਿੱਚ ਰੌਲਾ ਬਣ ਕੇ ਕਿ ਫਲਾਣੇ ਨੂੰ ਵੇਚੀਏ, ਹੱਕ ਸਾਡਾ ਸੀ, ਉਹਨੂੰ ਨਹੀਂ ਦੇ ਸਕਦੇ, ਇਹ ਸਾਰਾ ਉਹਦਾ ਬੈਕਗਰਾਊਂਡ ਸੀ। ਉਸ ਦੀ ਬੁਨਿਆਦ 'ਤੇ ਦੋ ਘਰਾਂ ਦੀ ਆਪਸ ਵਿੱਚ ਲੜਾਈ ਹੋਈ, ਲੜਾਈ ਚੌਖੀ ਅਗਾਂ ਵੱਧ ਗਈ, ਇੱਥੋਂ ਤੱਕ ਕਿ ਉਹ ਮਤਲਬ ਕਬਜ਼ਿਆਂ 'ਤੇ ਮੁੜੋ 'ਤੇ ਉਹਦੀ ਜਿਹੜਾ ਤਰੀਕਾ ਹੁੰਦਾ ਹੈ 10-15-20 ਬੰਦੇ ਬੰਦੂਕੀਏ ਉਧਲੇ ਹੋ ਗਏ, 10-15 ਉਹਦੇ ਹੋ ਗਏ, ਲੰਬਾ ਟਾਈਮ ਫਾਇਰਿੰਗ ਹੁੰਦੀ ਰਹੀ, ਮੁੜ ਉਹਦੇ 'ਚ ਬੰਦਿਆਂ ਨੂੰ ਫੈਰ ਲੱਗ ਵੀ ਜਾਂਦੇ ਨੇ, ਫਿਰ ਬੰਦਾ ਕਤਲ ਵੀ ਹੋ ਗਿਆ। ਅਤੇ ਜਿਹੜੇ ਕਬਜ਼ੇ ਜਾਂ ਜਿਹੜੀ ਲੜਾਈ 'ਤੇ ਕਤਲ ਹੋ ਜਾਏ ਉਹ ਮੁੜ ਅਗਾਂ ਹੋਰ ਪੱਕਾ ਹੋ ਜਾਂਦਾ ਕਿ ਹੁਣ ਇਹਦੇ 'ਤੇ ਮਤਲਬ ਤੋੜ ਅਪੜਾ ਕੇ ਗੱਲ ਇਹਨਾਂ ਨੇ ਮੁਕਾਣੀ ਹੈ, ਬੰਦਾ ਤਾਂ ਉਹ ਜਿਹੜਾ ਅੱਗੇ ਮਰਾ ਬੈਠੇ। ਇਹ ਸਾਰਾ ਸਿਨਾਰੀਓ ਸੀ ਔਰ ਉਸ ਦੌਰਾਨੀਏ 'ਚ ਦੋਵਾਂ ਦੀ ਜਿਸ ਟਾਈਮ ਜੁੱਟ ਹੱਥੀਂ ਹੋ ਗਏ, ਲੜਾਈ ਹੋ ਗਈ, ਕਬਜ਼ਿਆਂ ਦੀ ਫਾਇਰਿੰਗਾਂ ਸ਼ੁਰੂ ਹੋ ਗਈਆਂ, ਸਾਰੇ ਕੰਮ ਹੋ ਗਏ, ਵਿੱਚ ਬੰਦਾ ਵੀ ਕਤਲ ਹੋ ਗਿਆ। ਅਤੇ ਅਸੀਂ ਤਾਂ ਜਾਣਾ ਹੁੰਦਾ ਸੀ ਕਦੇ ਛੁੱਟੀਆਂ 'ਚ ਹੀ, ਮਤਲਬ ਅਗਰ ਅੱਜ ਇਸ ਸਾਲ ਗਏ ਫਿਰ ਅੱਗੋਂ ਅਗਲੇ ਸਾਲ ਜਾਂ ਇੰਝ ਕਰਕੇ ਫਿਰ ਪਰਚੇ ਹੋ ਗਏ, ਬੰਦੇ ਜੇਲ੍ਹਾਂ 'ਚ ਟੁਰ ਗਏ। ਬਾਅਦ ਵਿੱਚ ਕੋਈ 6-7 ਸਾਲ ਬਾਅਦ ਮੈਂ ਇੱਕ ਦਿਨ ਉਹ ਜਿਹੜੇ ਸਾਡੇ ਇੱਕ ਪਾਰਟੀ ਵਿੱਚੋਂ ਸੀ, ਉਹ ਮੇਰੇ ਦਾਦਾ ਜੀ ਤੋਂ ਛੋਟੇ ਭਾਈ ਸਨ, ਬਾਬਾ ਮੱਲੇ ਖਾਂ, ਮੈਂ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਸੁਣਾਓ ਇਹ ਜਿਹੜਾ ਤੁਹਾਡਾ ਰੌਲਾ ਹੈ ਅਤੇ ਉਹਦੇ ਮਾਮਲੇ 'ਚ ਐਵੇਂ ਜਿਵੇਂ ਜਾਤਕਾਂ ਦਾ ਚਸਕੋਰਾ। ਔਰ ਮੇਰਾ ਨਾ ਕੋਈ 13 ਚੋਂ ਨਾ 13 ਚੋਂ ਨਾ ਟੋਕਰਿਆਂ ਵਾਲੇ ਬੇਰਾਂ 'ਚੋਂ, ਨਾ ਮੈਂ ਲੜਨ ਜੋਗਾ ਨਾ ਕਿਸੇ ਹੋਰ ਰੌਲੇ 'ਚ, ਅਤੇ ਉਮਰ ਵੀ ਉਹ ਜਿਹੀ ਨਹੀਂ ਸੀ, ਕੋਈ ਫੈਸਲਾ ਕੁਨ ਕਿਰਦਾਰ ਵੀ ਅਦਾ ਨਹੀਂ ਕਰਨਾ। ਲੇਕਿਨ ਮੇਰੀ ਮੈਮਰੀ ਦੇ ਵਿੱਚ ਉਹ ਗੱਲ ਯਾਦ ਹੈ ਅਜੇ ਤੱਕ। ਉਹ ਬਾਬਾ ਜੀ ਦਾ ਜਿਹੜਾ ਸੀ, ਬਾਬਾ ਮੱਲੇ ਦਾ ਸਟਾਈਲ ਗੱਲ ਕਰਨ ਦਾ, ਉਹ ਸਹੀ ਗੱਲ ਹੈ ਉਹਦਾ ਇੱਥੋਂ ਇਹ ਉਹਨਾਂ ਦਾ ਤਕੀਆ ਕਲਾਮ ਸੀ। ਉਹਨੇ ਆਖਿਆ ਸਹੀ ਗੱਲ ਹੈ, ਛਟਾਕੀ ਦੀ ਅਤੇ ਸ਼ੇਰ ਦੀ ਲੜਾਈ ਹੈ। ਯਾਨੀ ਇਹ ਜਿਹੜੇ ਸਨ, ਇਹ ਛਟਾਕੀ ਇਹ 6-7 ਕਿੱਲਿਆਂ ਦੇ ਮਾਲਕ ਸਨ, ਜਿਨ੍ਹਾਂ ਨਾਲ ਲੜਾਈ ਹੈ ਸੀ ਉਹ ਕੋਈ 100 ਕਿੱਲੇ ਦੇ ਮਾਲਕ ਸਨ, ਉਹ ਸ਼ੇਰ ਸਨ। ਇਹਨਾਂ ਆਖਿਆ ਜੀ ਇਹ ਛਟਾਕੀ ਅਤੇ ਸ਼ੇਰ ਦੀ ਲੜਾਈ ਸੀ ਅਤੇ ਹੁਣ ਦੋਵੇਂ ਛਟਾਕੀ ਹੋਏ ਪਏ ਨੇ। ਅੱਛਾ, ਇਸ ਦੌਰਾਨੀਆਂ ਜਿਹੜੀਆਂ ਚੀਜ਼ਾਂ ਅਸਾਂ ਗੌਰ ਨਾਲ ਵੇਖੀਆਂ ਨੇ ਉਹ ਕੀ ਸਨ? ਯਾਨੀ ਅੱਜ ਵੀ ਅਗਰ ਯਾਦ ਕਰੀਏ, ਲੜਾਈ ਉਹਨਾਂ ਦੀ ਹੋ ਗਈ, ਪਰਚੇ ਹੋ ਗਏ, ਬੰਦੇ ਜੇਲ੍ਹਾਂ 'ਚ ਟੁਰ ਗਏ, ਅਗਾਂ ਹੁਣ ਕਦੋਂ ਜ਼ਮਾਨਤ ਹੋਣੀ ਹੈ, ਕਦੋਂ ਉਹਨਾਂ ਆਉਣਾ, ਘਰ ਆਉਣਾ ਨਹੀਂ ਆਉਣਾ, ਪਿਛਲੇ ਕਿੰਨੇ ਰਹਿ ਗਏ। ਇਹ ਉਹ ਫੈਕਟਰ ਨੇ ਜਿਨ੍ਹਾਂ ਨੂੰ ਤੁਸੀਂ ਐਟਮ ਬੰਬ ਦੇ ਜਾਂ ਨਿਊਕਲੀਅਰ ਕਪੈਸਿਟੀ ਦੇ ਦੁਆਲੇ ਇਹਨਾਂ ਦੀ ਜੋੜ ਬਣਾ ਕੇ ਮੁੜ ਸਮਝ ਸਕਦੇ ਹੋ ਕਿ ਗੱਲ ਕੀ ਹੈ।
ਉਹਨਾਂ ਨੂੰ ਪਤਾ ਲੱਗ ਗਿਆ ਜੀ ਸਾਡਾ ਇੱਥੇ ਪੱਡਾ ਬਣ ਗਿਆ। ਇੱਥੇ ਉਸ 1.5 ਕਿੱਲੇ ਨੂੰ ਤੁਸੀਂ ਆਪਣੇ ਕਸ਼ਮੀਰ ਨਾਲ ਰੱਖ ਲਓ, ਵੇਚਿਆ ਤਾਂ ਕਸ਼ਮੀਰ ਹੀ ਜਾ ਰਿਹਾ ਨਾ ਜੀ। ਕਸ਼ਮੀਰ ਦੀ ਵਜ੍ਹਾ ਤੋਂ ਤੁਹਾਡਾ ਤਨਾਜ਼ਾ ਹੈ। ਜਿਹੜੀ ਦੂਜੀ ਪਾਰਟੀ ਉਹ ਬੜੀ ਡਾਢੀ ਹੈ, ਉਹ ਬੜੇ ਵੱਡੇ ਨੇ, ਸਾਡੇ ਨਾਲ 4 ਗੁਣਾ ਵੱਡਾ ਮੁਲਕ ਹੈ, ਇੰਨੇ ਗੁਣਾ ਵੱਡੇ ਉਹਨਾਂ ਦਾ ਸਿਆਸਤ ਦਾ ਸਿਸਟਮ ਹੈ, ਉਹਨਾਂ ਦੀ ਪੋਲੀਟੀਕਲ ਸਿਸਟਮ ਬੜਾ ਸਟਰੋਂਗ ਹੈ। ਇਹ ਸਾਰੀਆਂ ਗੱਲਾਂ ਰਲਾ ਮਿਲਾ ਕੇ ਖਾਰਜਾ ਪਾਲਿਸੀ ਉਹਨਾਂ ਦੇ ਐਕਟਿਵ ਨੇ, ਜ਼ਿਆਦਾ ਲੌਬੀਇੰਗ ਕਰ ਸਕਦੇ ਨੇ। ਇਹ ਸਾਰੀਆਂ ਗੱਲਾਂ ਨੂੰ ਇੱਕ ਪਾਸੇ ਰੱਖੋ ਅਤੇ ਇਹਨੂੰ ਤੁਸੀਂ ਸੇਰ ਬਣਾ ਲਓ। ਅੱਗੋਂ ਜਵਾਬਨ ਛਟਾਕੀ ਸਹੀ, ਛਟਾਕੀ ਦੀ ਸੇਰ ਦੀ ਲੜਾਈ ਹੋ ਗਈ, ਮੰਨ ਲਿਆ ਹੋ ਗਈ। ਉਸ ਦੇ ਬਾਅਦ ਛਟਾਕੀ ਨੇ ਕੀਤਾ ਕੀ? ਜਿਹੜੇ ਉਸ ਜ਼ਮਾਨੇ ਦੀ ਟੈਕਨੀਕਲ ਕੰਮ ਸਨ, ਉਹ ਬੰਦੇ ਆਉਂਦੇ ਨੇ ਜੀ ਮਸਲਿਆਂ ਦੀ ਨਿਸ਼ਾਨਦੇਹੀ ਤੁਸੀਂ ਕਰ ਲੈਂਦੇ ਹੋ, ਉਹਨਾਂ ਦਾ ਹੱਲ ਨਹੀਂ ਦੱਸਦੇ। ਹੱਲ ਬਿਲਕੁਲ ਸਾਹਮਣੇ ਹੁੰਦਾ, ਬਿਲਕੁਲ ਸੌਖਾ ਹੁੰਦਾ, ਨਜ਼ਰ ਆ ਰਿਹਾ ਹੁੰਦਾ ਸਾਰਿਆਂ ਨੂੰ, ਸਿਰਫ ਉਹਦੇ ਜਾਂਦਾ ਕੋਈ ਨਹੀਂ, ਉਹਦੇ ਟੁਰਦਾ ਕੋਈ ਨਹੀਂ। ਉਹਨਾਂ ਦੀ ਜਿਸ ਟਾਈਮ ਲੜਾਈ ਹੋ ਗਈ, ਉਹਨਾਂ 'ਤੇ ਉੱਥੇ ਕਬਜ਼ੇ 'ਤੇ ਕਤਲ ਹੋ ਗਿਆ, ਪਰਚੇ ਹੋ ਗਏ। ਉਹਨਾਂ 3-4 ਚੀਜ਼ਾਂ ਉਸ ਟਾਈਮ ਤੈਅ ਕਰ ਲਈਆਂ। ਪਹਿਲੀ ਗੱਲ, ਜਿਹੜੀ ਉਹਨਾਂ ਦੀ ਕੁਛ 6-7 ਕਿੱਲਿਆਂ ਦੀ ਵਾਹੀ ਸੀ ਜਾਂ ਨਾਲ ਕੋਈ ਠੇਕੇ ਟਲੜੇ 'ਤੇ ਲਈ ਹੋਣੀ ਜ਼ਮੀਨ ਜਾਂ ਜੋ ਵੀ ਉਹਨਾਂ ਦਾ ਕਾਰੋਬਾਰ ਸੀ, ਉਹਦੇ ਉੱਤੇ ਉਹਨਾਂ ਸਮਝੌਤਾ ਨਹੀਂ ਕੀਤਾ। ਇੰਜ ਨਹੀਂ ਹੋਇਆ ਵੀ ਸਵੇਰੇ ਹਲ ਨਹੀਂ ਵਾਹੇ ਜਾ ਕੇ ਕਿਸੇ, ਜਾਂ ਪਾਣੀ ਨਹੀਂ ਲਾਇਆ, ਖਾਦ ਨਹੀਂ ਖਿਲਾਰੀ ਜਾਂ ਬੀਜ ਨਹੀਂ ਪਾਇਆ। ਅਤੇ ਜੇ ਸਾਰੇ ਕੰਮ ਕੀਤੇ ਨੇ ਅਤੇ ਉਸ ਤੋਂ ਬਾਅਦ ਜੇ ਫਸਲ ਪੱਕ ਪਈ ਹੈ ਤਾਂ ਉਹਨੂੰ ਟਾਈਮ ਨਾਲ ਚਾਣ ਦਾ ਇੰਤਜ਼ਾਮ ਨਹੀਂ ਕੀਤਾ। ਉਹ ਪਿੰਡਾਂ ਦੇ ਵਿੱਚ ਹੀ ਇਹ ਗੱਲ ਕੀਤੀ ਜਾਂਦੀ ਹੈ ਕਿ ਪਰੋਟਿਆਂ 'ਚ ਕਣਕ ਜੰਮ ਜਾਂਦੀ ਹੈ, ਜਿਹੜਾ ਟੱਬਰ ਨਲਾਇਕ ਹੋਵੇ ਉਹਨਾਂ ਦੀ। ਹੁਣ ਇਹ ਅੱਜ ਕੱਲ੍ਹ ਦਾ ਨਹੀਂ ਸਮਝ ਆਉਣੀ ਕਿ ਜਿਸ ਟਾਈਮ ਹੁਣ ਤਾਂ ਜਿਹੜੀ ਕਣਕ ਜਿਸ ਟਾਈਮ ਇਕੱਠੀ ਕਰਨੀ ਹੁੰਦੀ ਹੈ ਤਾਂ ਉਹਦਾ ਮਸ਼ੀਨ ਇੱਕ ਪਾਸੋਂ ਟੁਰਦੀ ਜਾਂਦੀ ਹੈ, ਉਹ ਉੱਤੋਂ ਸਿੱਟਾ ਲਾਪਰ ਕੇ ਅਤੇ ਨਾਲੋਂ ਨਾਲ ਹੀ ਉਹ ਤੂੜੀ ਲੱਗ ਕਰਕੇ ਅਤੇ ਉਹ ਕਣਕ ਜਿਹੜੀ ਉਹ ਅਲੱਗ ਨਾਲ ਟਰਾਲੀ ਟੁਰੀ ਜਾਂਦੀ ਹੁੰਦੀ, ਉਸ ਟਰਾਲੀ 'ਚ ਪਾਈ ਜਾਂਦੀ ਹੈ। ਲੇਕਿਨ ਪਹਿਲਾਂ ਜਿਸ ਵੇਲੇ ਕਣਕ ਵੱਢਦੇ ਸਨ, ਵੱਢ ਕੇ ਫਿਰ ਉਹਦੇ ਪਰੋਟੇ ਇਕੱਠੇ ਕਰਕੇ ਬੰਨ੍ਹ ਕੇ ਤਰੀਂਦੇ ਸਨ। ਉਹਨਾਂ ਪਰੋਟਿਆਂ ਫਿਰ ਇਕੱਠਿਆਂ ਹੋ ਕੇ ਅਤੇ ਉਹਨਾਂ ਦਾ ਉੱਥੇ ਖਲਿਆਣ ਉਰਦੂ ਚਾਹੁੰਦੇ ਨੇ, ਅਤੇ ਵੜਨਾ, ਉਹਦਾ ਪੂਰਾ ਪੇੜ ਬਣਨਾ, ਫਿਰ ਉਹਨੂੰ ਗਾਹਣਾ, ਕਣਕ ਨੂੰ ਗਾਹ ਕੇ ਪਰੋਟਿਆਂ ਨੂੰ, ਫਿਰ ਉਸ ਦੇ ਬਾਅਦ ਉਹਦੇ ਤੜਕਾ ਮਤਲਬ ਤੂੜੀ ਵੱਖਰੀ ਹੋਣੀ, ਦਾਣਾ ਵੱਖਰਾ ਹੋਣਾ। ਇਹ ਸਾਰਾ ਲੰਬਾ ਪ੍ਰੋਸੈਸ ਹੁੰਦਾ ਸੀ। ਉਹਦੇ ਵਿੱਚ ਪਰੋਟੇ ਕੁਝ ਦਿਨ ਪਏ ਰਹਿੰਦੇ ਸਨ ਕਿ ਉਹਨਾਂ ਨੇ ਇਕੱਠਿਆਂ ਹੋਣਾ। ਲੇਕਿਨ ਜਿਹੜੇ ਨਲਾਇਕ ਹੁੰਦੇ ਨੇ ਟੱਬਰ, ਉਹਨਾਂ ਦੇ ਵਿੱਚ ਪਰੋਟੇ ਹੋ ਗਏ ਨੇ, ਵਾਢੀ ਹੋ ਗਈ ਹੈ, ਉਸ ਦੇ ਬਾਅਦ ਥ੍ਰੈਸ਼ਰ ਦੇ ਇੰਤਜ਼ਾਰ ਹੈ ਜੀ। ਹੁਣ ਤਾਂ ਥ੍ਰੈਸ਼ਰ ਦਾ ਇੰਤਜ਼ਾਰ ਹੁੰਦਾ ਹੈ, ਅੱਗੇ ਢੱਗਿਆਂ ਦੇ ਫਲੇ ਪਾਉਣ ਤੋਂ ਪਾਲੂ ਬਾਰਿਸ਼ ਹੋ ਗਈ, ਅੱਗੋਂ ਮੌਸਮ ਨਾਲ ਬਦਲਦਾ ਪਿਆ ਹੁੰਦਾ, ਲੋਕਾਂ ਉਸੇ ਕਣਕ ਦੇ ਵਾਢੇ 'ਚ ਮੁੰਜੀ ਲਾਣੀ ਹੁੰਦੀ ਸੀ। ਅਤੇ ਉਹ ਕਈਆਂ ਦੇ ਉਹ ਪਰੋਟੇ ਜਿਹੜੇ ਨੇ ਉਹਨਾਂ ਦੇ ਉੱਤੇ ਪਹਿਲਾਂ ਬਾਰਿਸ਼ ਪੈਣੀ, ਫਿਰ ਉਹਦਾ ਬੀਜ, ਜ਼ਾਹਿਰ ਕਣਕ ਦੇ ਬੀਜ ਹੁੰਦਾ, ਉਹ ਪਈ ਪਤਾ ਲੱਗਣਾ ਜੇ ਬਾਅਦ ਵਿੱਚ ਜੇ ਉਹਨਾਂ ਪਰੋਟਿਆਂ ਦੇ ਵਿੱਚੋਂ ਕਣਕ ਝੜ ਕੇ ਉੱਥੇ ਹੀ ਉੱਗ ਜਾਂਦੀ। ਉਹਨਾਂ ਨੂੰ ਆਉਂਦੇ ਨੇ ਇਹ ਨਲਾਇਕ ਟੱਬਰ। ਕਿਉਂਕਿ ਜੇ ਅੱਲਾਹ ਤਾਲਾ ਨੇ ਨਿਅਮਤ ਦਿੱਤੀ ਵੀ ਇਹ ਫਸਲ ਹੋ ਵੀ ਗਿਆ ਚੰਗਾ ਅਤੇ ਉਹਨੂੰ ਤੁਸੀਂ ਵੱਢ ਵੀ ਲਿਆ, ਲੇਕਿਨ ਜੇ ਉਹਨੂੰ ਤੁਸੀਂ ਸਾਂਭਿਆ ਨਹੀਂ ਤਾਂ ਪਰੋਟਿਆਂ 'ਚ ਕਣਕ ਜੰਮ ਜਾਏਗੀ। ਉਹਨਾਂ ਦਾ ਜਿਹੜਾ ਮੈਂ ਟੱਬਰ ਦੀ ਗੱਲ ਕਰਨਾ, ਉਹਨਾਂ ਦੇ ਵਿੱਚ ਉਹਨਾਂ ਆਪਣੀ ਪਰੋਟਿਆਂ 'ਚ ਕਦੀ ਨਹੀਂ ਸੀ ਜੰਮਣ ਦਿੱਤੀ। ਉਹਨੂੰ ਟਾਈਮ ਨਾਲ ਸਾਂਭਣਾ, ਅਗਲੀ ਫਸਲ ਦੀ ਬਿਜਾਈ ਕਰਨੀ। ਫਿਰ ਉਸ ਵੇਲੇ ਦਾ ਵੇਖਿਆ ਸੀ, ਉਹ ਇੱਕ ਨਾਲੀ ਬੰਦੂਕ ਉਹਨਾਂ ਦੇ ਕੋਲ ਹੁੰਦੀ ਸੀ, ਉਹ 24 ਘੰਟੇ, ਇੱਕ ਉਹ ਹੁੰਦੀ ਸੀ, ਇੱਕ ਰਾਈਫਲ ਹੁੰਦੀ ਸੀ। ਉਹ ਦੋਵਾਂ ਭਰਾਵਾਂ ਦੇ ਕੋਲ ਉਹ ਅਸਾਂ ਵੇਖਣੀ ਹੈ ਕਿ ਹਰ ਟਾਈਮ ਉਹਨਾਂ ਨੇ ਆਪਣਾ ਉਹ ਸਾਂਭਾ ਵੀ ਕਰਨਾ। ਲੇਕਿਨ ਉਸ ਜ਼ਮਾਨੇ ਨਾਲ ਮਾਡਰਨ ਅਸਲਾ ਹੁੰਦਾ ਰਿਹਾ, ਲੇਕਿਨ ਉਹਨਾਂ ਦੀ ਤਾਂ ਇਹ ਤੌਫੀਕ ਹੀ ਨਹੀਂ ਸੀ ਕਿ ਉਹ ਇਸ ਤੋਂ ਇਲਾਵਾ ਕਲਾਸ਼ਨਕੋਫਾਂ ਜਾਂ ਪਤਾ ਨਹੀਂ ਕੁਝ ਲੈ ਸਕਦੇ। ਉਹ ਹੀ 5-7 ਕਾਰਤੂਸ ਦੇ, ਉਹ ਇੱਕ ਰਾਈਫਲ ਨਾਲ ਕੋਈ 10-20 ਗੋਲੀਆਂ, ਉਹ ਉਹਨਾਂ ਨੇ ਆਪਣਾ ਇੰਤਜ਼ਾਮ ਰੱਖਿਆ। ਲੇਕਿਨ ਨਾਲ ਆਪਣਾ ਉਹਨੂੰ ਫਾਲੋ ਅਪ ਕਰਨਾ, ਕੇਸ ਦੇ ਤਾਰੀਖਾਂ 'ਤੇ ਜਾਣਾ, ਜ਼ਮਾਨਤਾਂ ਜਿਨ੍ਹਾਂ ਦੀਆਂ ਕਰਵਾਉਣੀਆਂ ਨੇ ਉਹ ਕਰਨੇ, ਵਕੀਲ ਕਰਨੇ, ਇਹ ਸਾਰੀਆਂ ਚੀਜ਼ਾਂ ਉਹਦੇ ਨਾਲ ਅਟੈਚ ਸਨ ਔਰ ਉਹਨਾਂ ਦੇ ਕੰਪਰੋਮਾਈਜ਼ ਨਹੀਂ ਕੀਤਾ। ਅੱਛਾ, ਫਿਰ ਮੈਂ ਅਗਰ ਹਾਫਜ਼ੇ 'ਚ ਪਿੱਛੇ ਉਸ ਜ਼ਮਾਨੇ 'ਚ ਗੱਲ ਲੈ ਕੇ ਜਾਵਾਂ ਤਾਂ ਉਦੋਂ ਨਸ਼ੇ 'ਤੇ ਜਿਹੜੇ ਪਿੰਡ ਲੱਗੇ ਸਨ, ਉਹਨਾਂ 'ਚ ਸਾਡਾ ਪਿੰਡ ਵੀ ਸ਼ਾਮਿਲ ਸੀ। ਅਕਸਰੀਅਤ ਨਸ਼ਈ ਹੋ ਗਈ ਉਸ ਟਾਈਮ। ਔਰ ਉਸ ਨਸ਼ਾ 'ਤੇ ਇਹਨਾਂ 'ਚ ਇੱਕ ਚੀਜ਼ ਹੁੰਦੀ ਹੈ, ਉਹਦੇ 'ਚ ਹੋਰ ਬਿਮਾਰੀਆਂ ਹੁੰਦੀਆਂ ਨੇ, ਅਵਾਰਗੀ ਹੈ,
ਜਾਂ ਚੋਰੀ ਡਕੈਤੀ ਵੱਲ ਮਾਇਲ ਹੋ ਜਾਣਾ ਬੰਦਿਆਂ ਦਾ, ਲੜਕਿਆਂ ਦਾ। ਤਾਲੀਮਾਂ ਅਗਰ ਨਹੀਂ ਹਾਸਲ ਕਰਨੀਆਂ ਤਾਂ ਤਾਲੀਮ ਤੋਂ ਬਾਅਦ ਕੁਝ ਹੋਰ ਕੰਮ ਵੀ ਤਾਂ ਹੁੰਦੇ ਨੇ ਜਿਹੜੇ ਜਾਇਜ਼ ਹੁੰਦੇ ਨੇ ਔਰ ਲੀਗਲ ਹੁੰਦੇ ਨੇ, ਤੁਸੀਂ ਉਹ ਹੀ ਕਰ ਲਓ, ਆਪਣਾ ਜ਼ਿਮੀਂਦਾਰਾਂ ਹੀ ਸਾਂਭ ਲਓ। ਉਸ ਜ਼ਮਾਨੇ ਦੇ ਵਿੱਚ ਇਰਦ ਗਿਰਦ ਹਰ ਪਾਸੇ ਚੋਰ ਜਿਹੜੇ ਸਨ, ਉਸ ਵਕਤ ਦਾ ਜਿਹੜਾ ਲਾੜ ਸੀ, ਜਿਹੜਾ ਉਸ ਵਕਤ ਦੀ ਪੌਦ ਸੀ, ਉਹ ਬੜੇ ਨਸ਼ਿਆਂ 'ਤੇ ਲੱਗੇ। ਲੇਕਿਨ ਅਸਾਂ ਵੇਖਿਆ ਕਿ ਉਹ ਬਾਬੇ ਮੱਲੇ ਦੀ ਔਲਾਦ ਦੇ ਚੋਂ, ਉਹਦੇ ਦੋਤਰਿਆਂ ਪੋਤਰਿਆਂ 'ਚੋਂ ਕੋਈ ਬੰਦਾ ਨਸ਼ਈ ਨਹੀਂ ਹੋਇਆ। ਮਤਲਬ ਉਹਨਾਂ ਨੂੰ ਅਹਿਸਾਸ ਸੀ ਨਾ ਕਿ ਸਾਡੇ 'ਤੇ ਭਾਰ ਹੈ ਔਰ ਅਸਾਂ ਇਹਨੂੰ ਚੱਲਣਾ ਹੈ ਔਰ ਆਪ ਚੁੱਕਣਾ। ਅਤੇ ਜੇ ਅਸੀਂ ਨਸ਼ਈ ਹੋ ਗਏ ਅਤੇ ਇਹਨੂੰ ਕੇਸ ਨੂੰ ਭੁਗਤਣਾ ਕਿੰਨੇ ਵੇ, ਇਸ ਵਾਕਿਆ ਨੂੰ ਸਾਂਭਣਾ ਕਿੰਨੇ ਵੇ। ਦੂਸਰੇ ਨੰਬਰ 'ਤੇ ਉਹਨਾਂ 'ਚ ਦੂਸਰੀਆਂ ਵਾਰਗੀਆਂ ਕੋਈ ਨਹੀਂ ਆਈਆਂ, ਤਮਾਸ਼ਬੀਨੀਆਂ ਨਹੀਂ ਆਈਆਂ, ਕਿਉਂਕਿ ਉਹ ਜਿਨ੍ਹਾਂ ਦਾ ਯਾਨੀ ਜਿਨ੍ਹਾਂ ਦੇ ਰੁਝਾਨ ਉਸ ਪਾਸੇ ਟੁਰ ਜਾਣ, ਉਹ ਫਿਰ ਆਪਣੇ 'ਤੇ ਸਿਰ 'ਤੇ ਪਈ ਸਾਂਭਣ ਜੋਗੇ ਨਹੀਂ ਰਹਿ ਜਾਂਦੇ। ਮੈਂ ਉਸ ਵਕਤ ਪਿਛਲੇ ਪ੍ਰੋਗਰਾਮ ਦੇ ਵਿੱਚ ਪਲਕੀ ਸ਼ਰਮਾ ਦੇ ਹਵਾਲਾ ਦਿੱਤਾ ਸੀ ਬਾਰ-ਬਾਰ ਕਿ ਉਹਨੇ ਉੱਥੇ ਆਕਸਫੋਰਡ ਦੇ ਵਿੱਚ ਤਕਰੀਰ ਕੀਤੀ ਔਰ ਉਹਦੇ 'ਚ ਉਹਨੇ ਇਹ ਹੀ ਗੱਲ ਕੀਤੀ ਕਿ ਮੈਂ ਤਾਂ ਵੇਖਿਆ ਕਿ ਜਿਹੜਾ ਏਅਰਪੋਰਟ 'ਤੇ ਜਾਂਦਿਆਂ ਹੋਇਆਂ ਟ੍ਰੈਫਿਕ ਜੈਮ, ਬੰਦੇ ਫਿਰ ਤਰਜਮਾ ਕਰਦੇ ਨੇ ਅਤੇ ਗੱਲ ਦਾ ਆਪਣਾ ਨਿਚੋੜ ਕੱਢ ਕੇ ਔਰ ਉਹਦੇ ਵਿੱਚੋਂ ਕਈ ਪਹਿਲੂ ਕੱਢ ਲੈਂਦੇ ਨੇ, ਅਤੇ ਜੇ ਉਹ ਬਣਦੇ ਜੁੜਦੇ ਹੋਣ ਤਾਂ ਉਹ ਮੰਨਣੇ ਪੈਂਦੇ ਨੇ। ਉਹ ਆਂਦੀ ਜੀ ਮੈਂ ਆਉਣ ਲੱਗੀ ਏਅਰਪੋਰਟ 'ਤੇ, ਦਿੱਲੀ ਏਅਰਪੋਰਟ 'ਤੇ ਜਾਂਦਿਆਂ ਰਾਹ 'ਚ ਟ੍ਰੈਫਿਕ ਜੈਮ ਹੋਇਆ ਸੀ ਉੱਥੇ ਉਸ ਸੜਕ 'ਤੇ ਜਿਹੜੀ ਏਅਰਪੋਰਟ ਨੂੰ ਪਹੁੰਚਾਉਂਦੀ ਹੈ, ਅਤੇ ਉਸ ਰਸ਼ ਦੇ ਵਿੱਚ ਜਿਹੜਾ ਇੱਕ ਪਾਸੇ 'ਤੇ ਰੇਹੜੀ ਵਾਲਾ ਸੀ, ਉਹ ਗੰਨੇ ਦੀ ਜਾਂ ਜਿਹੜੀ ਸ਼ਾਇਦ ਵੀ ਉਹ ਜੂਸ ਜਾਂ ਫਰੈਸ਼ ਜੂਸ ਦੀ ਰੇਹੜੀ ਸੀ ਉਹਦੀ, ਉਹ ਰਸ ਗੰਨੇ ਦਾ ਰਸ ਵੇਚਣ ਵਾਲਾ ਜਿਹੜਾ ਰੋਹ ਵਾਲੀ ਰੇਹੜੀ 'ਤੇ, ਉਹ ਮੈਂ ਵੇਖਿਆ ਕਿ ਉਹਦੇ ਲਾਈਨ ਲੱਗੀ ਹੈ, ਬੰਦੇ ਜਿਹੜੇ ਨੇ ਉਹ ਤੋਂ ਬੜਾ ਰਸ਼ ਪਿਆ ਔਰ ਜਿਹੜੇ ਪੇਮੈਂਟ ਪੇ ਕਰਦੇ ਨੇ ਉਹ QR ਕੋਡ ਉਹਦੀ ਰੇਹੜੀ ਦੇ ਨਾਲ ਲੱਗਾ, ਉਹਦੇ ਉੱਤੇ ਉਹ ਆਪਣਾ ਮੋਬਾਈਲ ਅੱਗੇ ਕਰਦੇ ਨੇ ਅਤੇ ਔਨਲਾਈਨ ਪੇਮੈਂਟ ਕਰ ਲੈਂਦੇ। ਆਕਸਫੋਰਡ ਦੇ ਵਿੱਚ ਉਹਨੇ ਉੱਥੋਂ ਦੇ ਜਿਹੜੇ ਸਾਹਮਣੇ ਆਡੀਅੰਸ ਸੀ ਉਹਨਾਂ ਨੂੰ ਉਸ ਆਖਿਆ ਇਹਦੇ 3-4 ਚੀਜ਼ਾਂ ਨੇ। ਪਹਿਲੀ ਗੱਲ ਇਹ ਵੇ ਕਿ ਇੰਡੀਆ ਦਾ ਜਿਹੜਾ ਪਰਸੋਨਾ ਹੈ ਉਸ ਇਨਸਾਨੀ ਸਟੱਫ ਦੇ ਵਿੱਚ IT ਕਿਸ ਲੈਵਲ 'ਤੇ ਚਲੀ ਗਈ ਹੈ ਕਿ ਰੇਹੜੀ ਵਾਲੇ ਨੇ ਵੀ ਆਪਣੇ ਪੇਮੈਂਟ ਲੈਣ ਵਾਸਤੇ, ਆਪਣੇ ਕੈਸ਼ ਕਾਊਂਟਰ ਵਾਸਤੇ ਉਹ ਰਿਵਾਇਤੀ ਗੱਲਾਂ ਨਹੀਂ ਉਹਨੇ ਰੱਖਿਆ ਜਿਹਦੇ ਵਿੱਚ ਪੈਸੇ ਧਰੀ ਜਾਣੇ ਤੇ ਇੰਝ ਕਰਕੇ ਉੱਤੋਂ ਹੈਂਡਲ ਨਾਲ ਖੋਲ੍ਹ ਕੇ ਤੇ ਕੜਕ ਕੜਕ ਕੀਤੀ ਹੁੰਦਾ, ਉਹਨੇ QR ਕੋਡ ਲਵਾਇਆ ਹੈ। ਦੂਸਰੇ ਨੰਬਰ 'ਤੇ ਹੁਕੂਮਤ ਜਿਹੜੀ ਸੇਲਸ ਟੈਕਸ ਔਰ ਟੈਕਸ ਕਲੈਕਸ਼ਨ ਔਰ ਆਪਣੇ ਟੈਕਸ ਨੈੱਟ ਦੇ ਵਿੱਚ ਲੈਣ ਦੀਆਂ ਗੱਲਾਂ ਕਰਦੀ ਹੈ, ਉਹਨੇ ਸਿਸਟਮ ਨੂੰ ਇੰਨਾ ਫੈਲਾ ਦਿੱਤਾ ਕਿ ਰੇਹੜੀ ਵਾਲਾ ਦਾ ਵੀ ਅਗਰ ਬਿਜ਼ਨਸ ਚੰਗਾ ਹੈ ਅਤੇ ਉਹ QR ਕੋਡ ਦੇ ਜ਼ਰੀਏ ਉਹਨੂੰ ਸਹੂਲਤ ਉੱਥੇ ਹੀ ਅਵੇਲੇਬਲ ਹੈ। ਇਹ ਨਹੀਂ ਹੈ ਕਿ ਉੱਥੇ ਸਿਗਨਲ ਨਹੀਂ ਪਾਉਂਦੇ ਜੀ ਮੇਰੀ ਬਿਜਲੀ ਬੰਦ ਹੈ। ਜਿਨ੍ਹਾਂ ਲੋਕਾਂ QR ਕੋਡ ਔਰ ਲਿਫਟਾਂ ਔਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਐਸੇ ਸਿਸਟਮ ਇੰਟਰੋਡਿਊਸ ਕਰਵਾ ਲਏ ਹੁੰਦੇ ਨੇ ਆਪਣੇ ਮੁਆਸ਼ਰੇ ਦੇ ਵਿੱਚ, ਉਹ ਬਿਜਲੀ ਬੰਦ ਹੋ ਜਾਣਾ ਅਫੋਰਡ ਨਹੀਂ ਫਿਰ ਕਰ ਸਕਦੇ ਕਿ ਜੀ ਬਿਜਲੀ ਵੀ ਬੰਦ ਹੋ ਗਈ ਹੈ, ਜੇ ਪਿੱਛੋਂ ਸਿਗਨਲ ਵੀ ਕੋਈ ਨਹੀਂ ਜੀ, ਉੱਥੇ ਜੀ ਸਾਡੇ ਸਿਗਨਲ ਹੀ ਨਹੀਂ ਪਾਉਂਦੇ। ਜਿਨ੍ਹਾਂ ਦੇ ਸਿਗਨਲ ਕੋਈ ਨਹੀਂ ਹੋਣੇ ਉਹਨਾਂ ਦਾ QR ਕੋਡ ਵੀ ਕੋਈ ਨਹੀਂ ਚੱਲਣਾ। ਔਰ ਅਗਰ QR ਕੋਡ ਤੁਸੀਂ ਪੂਰੇ ਮੁਲਕ ਦੇ ਵਿੱਚ ਉਹਦੀ ਐਕਸੈਸ ਔਰ ਉਹਦਾ ਆਨਲਾਈਨ ਅਵੇਲੇਬਲ ਹੋ ਜਾਣਾ, ਉਹ ਇਸ ਕਾਬਿਲ ਨਹੀਂ ਕਰ ਸਕੇ ਤੇ ਈਵਨ ਤੁਸੀਂ ਟ੍ਰੈਫਿਕ ਦੀ ਜਿਹੜੇ ਲਾਇਸੈਂਸ ਪਲੇਟ ਹੈ ਗੱਡੀ ਦੀ, ਉਹ ਤੱਕ ਨਹੀਂ ਤੁਸੀਂ ਚੈੱਕ ਕਰ ਸਕਦੇ ਕਿ ਇਹ ਜਾਲੀ ਹੈ ਕਿ ਅਸਲੀ ਹੈ। ਲਿਹਾਜ਼ਾ ਉਹਨੇ ਦੱਸਿਆ ਵੀ ਇੱਕ ਤਾਂ ਇਹਦੇ ਤੋਂ ਇਹ ਸਾਬਤ ਹੋਇਆ ਕਿ ਸਾਡਾ ਇੰਡੀਆ ਦਾ ਅਸੀਂ IT ਤੇ ਉਹਨੂੰ ਕਿਸ ਲੈਵਲ 'ਤੇ ਲੈ ਗਏ ਹਾਂ। ਦੂਸਰੇ ਨੰਬਰ 'ਤੇ ਸਾਡਾ ਬੰਦਾ ਜਿਹੜਾ ਉਹਨੂੰ ਉੱਥੇ ਹੀ ਰੋਜ਼ਗਾਰ ਦੇ ਮੌਕੇ ਜਿਹੜੇ ਨੇ ਉਹ ਕਿਸ ਲੈਵਲ 'ਤੇ ਅਵੇਲੇਬਲ ਨੇ। ਤੀਸਰਾ, ਰਸ਼ ਤੇ ਹੈ ਸੀ ਪਰ ਉਹਦੀ ਲਾਈਨ ਜ਼ਰੂਰ ਬਣੀ ਸੀ, ਯਾਨੀ ਰੋਹ ਦੀ ਰੇਹੜੀ 'ਤੇ ਵੀ ਲੋਕਾਂ 'ਚ ਇਹ ਸ਼ਊਰ ਉਜਾਗਰ ਹੋ ਚੁੱਕਿਆ ਹੈ ਕਿ ਹੁਣ ਇੱਥੇ ਹਲਕੇ ਹੋ ਕੇ ਨਾ ਪੈ ਜਾਓ, ਇੱਥੇ ਲਾਈਨ ਬਣਾ ਲਓ। ਆਪ ਜ਼ਰਾ ਤਸੱਵਰ ਕਰਕੇ ਉੱਥੇ ਵੇਖੋ, ਤੁਹਾਡੇ ਕੋਲ ਉੱਥੇ ਪਾਕਿਸਤਾਨ 'ਚ ਉੱਥੇ ਕਿਸੇ ਨੂੰ ਆਖੋ ਯਾਰ ਲਾਈਨ ਬਣਾ ਲਓ, ਅਤੇ ਅੱਗੋਂ ਪੁੱਠੇ ਹੱਥ ਦੀ ਚਪੇੜ ਕੱਢ ਮਾਰੇ ਦਿਲ 'ਚ ਤੁਹਾਨੂੰ, ਤੂੰ ਹੁੰਦਾ ਕੌਣ ਮੈਨੂੰ ਇਹ ਗੱਲ ਦੱਸਣ ਵਾਲਾ। ਇਹਦਾ ਮਤਲਬ ਇਹ ਵੇ ਕਿ ਜਿਹੜੇ ਸੋਸ਼ਲ ਐਥਿਕਸ ਨੇ, ਮੁਆਸ਼ਰਤੀ ਆਦਾਬ ਜਾਂ ਰੱਖ ਰਖਾਓ ਜਾਂ ਇੱਕ ਤਮੀਜ਼, ਔਰ ਉਹ ਤਮੀਜ਼ ਵੀ ਉਹ ਜਿਹੜੀ ਜ਼ਰੂਰਤ ਬਣ ਜਾਂਦੀ ਹੈ ਮੁਆਸ਼ਰੇ ਦੀ, ਜਿੱਥੇ ਰਸ਼ ਪੈ ਜਾਏ
ਉੱਥੇ ਲਾਈਨ ਬਣਾਉਣਾ ਜ਼ਰੂਰਤ ਹੈ ਸਿਸਟਮ ਦੀ। ਤਮੀਜ਼ ਨਾਲੋਂ ਜ਼ਿਆਦਾ ਉਹਦੀ, ਅਗਰ ਉਹ ਤੁਸੀਂ ਤਮੀਜ਼ ਤੁਹਾਡੇ 'ਚ ਹੈ ਜਾਂ ਨਹੀਂ, ਲੇਕਿਨ ਅਗਰ ਤੁਸੀਂ ਲਾਈਨ ਅਪ ਨਹੀਂ ਹੋਵੋਗੇ, ਤੁਸੀਂ ਉੱਥੇ ਉਹ ਆਟੇ ਦੇ ਥੈਲੇ ਤੱਕ ਨਹੀਂ ਦੇ ਸਕਦੇ। ਰਾਸ਼ਨ ਦੀ ਅਗਰ ਤੁਸੀਂ ਉੱਥੇ ਟਰੱਕ ਲਿਆ ਕੇ ਖੜਾ ਕੀਤਾ, ਉਹ ਨਹੀਂ ਤੁਸੀਂ ਦੇ ਸਕਦੇ, ਕਿਉਂਕਿ ਉੱਥੇ ਤਮਾਸ਼ਾ ਲੱਗ ਜਾਂਦਾ। ਤੀਸਰੇ ਨੰਬਰ 'ਤੇ ਉਹਨੇ ਆਖਿਆ ਕਿ ਜਿਹੜੇ ਵੇਲੇ ਸਾਡੀ ਏਅਰਪੋਰਟ ਵੱਲ ਜਾਣ ਵਾਲੀ ਸੜਕ ਬਲਾਕ ਹੈ, ਰਸ਼ ਉਹਦੇ 'ਤੇ ਟ੍ਰੈਫਿਕ ਜੈਮ ਹੈ, ਇਹਦਾ ਮਤਲਬ ਇਹ ਵੇ ਕਿ ਸਾਡਾ ਇੰਟਰਨੈਸ਼ਨਲੀ ਜਿਹੜਾ ਕਨੈਕਸ਼ਨ ਹੈ ਦੁਨੀਆ ਨਾਲ, ਉਹ ਕਿਸ ਲੈਵਲ 'ਤੇ ਜਾ ਚੁੱਕਿਆ ਕਿ ਸਾਡੀ ਏਅਰਪੋਰਟ ਵਾਲਾ ਜਿਹੜੀ ਹਾਈਵੇ ਵੇ ਉਹ ਬਲਾਕ ਹੁੰਦੀ ਹੈ, ਚੌਕ ਹੁੰਦੀ ਹੈ। ਚੌਕ ਹੁੰਦੀ ਹੈ ਤੇ ਇਹਦਾ ਮਤਲਬ ਉਹਦੇ 'ਤੇ ਬੰਦਿਆਂ ਦਾ ਆਉਣ ਜਾਣ ਹੈ। ਉਹ ਫਿਰ ਨਿਰਾ ਇਹ ਤਾਂ ਨਹੀਂ ਕਿ ਏਅਰਪੋਰਟ ਦੇ ਗੇਟ ਤੱਕ ਮਤਲਬ 50 ਬੰਦੇ ਉਹਨੂੰ ਛੱਡਣ ਚੱਲੇ ਨੇ 4 ਕਾਰਾਂ 'ਚ, ਉਹ ਗੱਡੀ ਇੱਕ ਹੀ ਪਈ ਜਾਂਦੀ ਹੈ, ਲੇਕਿਨ ਅੱਗੇ ਫਲਾਈਟਾਂ ਵੀ ਉੱਥੋਂ ਫਿਰ ਬਹੁਤ ਸਾਰੀਆਂ ਆਪਰੇਟ ਹੁੰਦੀਆਂ ਨੇ ਪਈਆਂ। ਇਹਦੇ ਨਾਲ ਅਗਰ ਤੁਸੀਂ ਪਾਕਿਸਤਾਨ ਚੁੱਕ ਕੇ ਲੈ ਆਵੋ, ਇਹਨੂੰ ਆਪਣੇ ਘਰ ਲੈ ਆਵੋ, ਗੱਲ ਨੂੰ ਸਮਝੋ, ਗੱਲ ਨਾ ਪੈ ਜਾਓ ਅਗਲੇ ਦੇ, ਤੇ ਪਹਿਲਾਂ ਤੇ ਉਹ ਤੁਹਾਡੇ ਰੈਂਟਲ ਪਾਵਰ ਪਲਾਂਟ ਤੇ ਇੱਕ ਤੇ ਕਮਿਸ਼ਨ ਖਾਣ ਵਾਲਾ ਪਾਵਰ ਪਲਾਂਟ, ਤੇ ਫਿਰ ਦੂਜਾ ਕਮਿਸ਼ਨ ਖਾਣ ਵਾਲਾ, ਤੇ ਫਿਰ ਤੀਜਾ, ਤੇ ਜੇ ਪਰਤ ਕੇ ਸੋਲਰ ਤੇ ਗਏ ਤਾਂ ਹੁਣ ਸੋਲਰ ਤੇ ਵੀ ਉਹ ਮਤਲਬ ਕਿ ਉਹ SDO 1 ਚਿੱਠੀਆਂ ਇੱਥੇ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਫਿਰ ਰਹੀਆਂ ਨੇ ਕਿ ਤੇਰੇ ਘਰ ਸੋਲਰ ਲੱਗਾ ਫਲਾਣਿਆ, ਤੂੰ ਆ ਕੇ ਜਵਾਬਦੇਹੀ ਕਰ। ਸੋਲਰ ਦੇ ਵਿੱਚੋਂ ਵੀ ਕਿਕ ਬੈਕ ਔਰ ਕਮਾ ਉਹਦੀ ਜਿਹੜੀ ਹੈ ਨਾ ਟੁੱਕਾ ਟਾਕੀ ਕਰਨ ਵਾਲੀ, ਉਹ ਜ਼ਹਿਨੀਅਤ ਨਹੀਂ ਗਈ। ਉਸ ਦੇ ਇਲਾਵਾ ਏਅਰਪੋਰਟ 'ਤੇ ਤੁਹਾਡੀਆਂ 'ਤੇ ਕੀ ਰਸ਼ ਪੈਣਾ ਸੀ, ਤੁਸੀਂ ਆਪਣੀ ਏਅਰਲਾਈਨ ਵਿੱਚ ਹੀ ਬੈਠੇ ਹੋ। ਹਰ ਰੋਜ਼ ਇਹੀ ਗੱਲ ਆ ਜੀ, PIA ਬਾਹਰ ਹਾਲ ਤੁਸੀਂ ਹੱਥ ਖੜੇ ਕੀਤੇ ਨੇ ਕਿ ਸਾਡੇ ਕੋਲ ਨਹੀਂ ਚੱਲੀ, ਰੇਲਵੇ ਤੁਹਾਡੇ ਕੋਲ ਨਹੀਂ ਚੱਲਿਆ। ਜਿਹੜੇ ਵੇਲੇ ਸ਼ੇਖ ਰਸ਼ੀਦ ਵਜ਼ੀਰ ਰੇਲਵੇ ਸੀ ਤਾਂ ਉਦੋਂ ਮੈਂ ਰੇਡੀਓ 'ਚ ਸਾਂ, ਮੈਂ ਉਹਦਾ ਇੱਕ ਇੰਟਰਵਿਊ ਆਫੀਸ਼ੀਅਲੀ ਕਰਨ ਗਿਆ ਰੇਡੀਓ ਪਾਕਿਸਤਾਨ ਵੱਲੋਂ ਰੇਲਵੇ ਵਜ਼ੀਰ ਰੇਲਵੇ ਦਾ। ਹੁਣ ਵਜ਼ੀਰ ਸਾਹਿਬ ਤੇ ਅੱਗੋਂ ਉਹ ਸ਼ੇਖ ਰਸ਼ੀਦ ਸਾਹਿਬ, ਉਹ ਜਿਸ ਟਾਈਮ ਉਹ ਲੱਗ ਗਏ ਮਾਈਕ ਸ਼ਾਈਕ ਤੇ ਬਹਿ ਗਏ ਆਪਣਾ ਤਿਆਰ ਹੋ ਕੇ, ਉਹਨੇ ਆਖਿਆ देखें जी मैंने ये कर दिया। भाई तूने की कर दिता वो दसो ना। उन्हें आख्या जी मैंने वेडिंग ट्रेन इंट्रोड्यूस करवा दी है, हमने फलानी ट्रेन इंट्रोड्यूस करवा दी है। रेलवे का जो हाल सी पाकिस्तान च उदों भी तो हुण भी वो तुहाडे सामने सारिਆਂ ਦੇ। मैं आख्या जी तुसीं बड़ा कुछ कीता, लेकिन ਉਹਦੇ ਤੁਸੀਂ टाइम नाल ट्रेन कोई नहीं ना अवेलेबल। उदों मैं एक दफ़ा आया सा इधर यूरोप ते इटली और जर्मनी दी ट्रेनां, उदों मैं जिहड़ा सफ़र किया मैं उन्होंने किते जाके आख्या, मैं कि मैं असीं तो उत्थे वेख्या कि उत्थे इन्ने वज के 37 मिनट 27 मिनट इस तरह ट्रेनां दा टाइम ऑबजर्व किया जाता है। राउंड फिगर नहीं बनाए जाते कि 6 बजे तो 6:30 बजे, वो मिनट काउंट होंदे ने। और अगर मिनट के मुताबिक ट्रेन नहीं आई या नहीं अवेलेबल हुई, वो कंपनी जी वो तुहानूं जुर्माना पे करती है कस्टमर नूं, यानी जिन्हें सफ़र करना है मुसाफिर नूं। वो जनाब टप के बोले शेख साहब, उन्होंने आप उधर की मिसालें देते हैं, वो मुल्क हैं कितने कितने, हमारे एक ज़िले में वो पूरा पूरा मुल्क आ जाता है। मैं कहा जी ठीक, तो मैं कहा जी इंडिया कितना वड्डा है, उन्होंने क्यों ट्रेन का सिस्टम क्यों नहीं, उन्हें किस तरह यूरोप वर्गा कर लिया। और वो फिर उन्होंने बाकायदा, यानी जो मेरे नाल पिछे रिकॉर्डिंग वाले सन, क्योंकि सरकारी सी वजीर सी, इशारा किया कि इनू विचों कट्टो, और वो फिर कटाया कि इसदा जवाब कोई नहीं। अकल दी या दयानत दी गल तो यह है कि अगर तुसी हालैंड की मिसाल तुहानूं दित्ती गई है या जर्मनी की, तो तुसी आंदे हो जी वो मुल्क छोटे ने रकबे के लिहाज नाल, इस वास्ते वो अफोर्ड कर सकते हैं। तो इंडिया रकबे के लिहाज नाल तुहाडे तो 4 गुणा वड्डा, तो वो क्यों टाइम ऑबजर्व कर सकते? इसका मतलब तुसी सिस्टम डिवेलप कीते नहीं ने। तो पंजाबी चाहते ने जमने आप पतले तो ना नाइयां दा कर देना, भी उन्हां सुनती भांदियां वड्ड छड़े ने। गल तो यह है कि तुसीं आप कख नहीं कीता। और इस तरह ही हुण वो कोई जनरल तारक दी वो बुल वतनी तो नहीं किसी ने शक करना कि ज़ाहिर है सीनियर 3 पोस्टां तो मतलब कोर कमांडर मंगला रह के और इस तरह अच्छे खासे उन्होंने असाइनमेंट सन। उस लैवल पर भी अगर बंदा ये गल कहण ते मजबूर हो गया कि हुण तुहाडी न्यूक्लीयर कैपेसिटी नूं दुनिया क्वेश्चनेबल समझिया जा रहा है, इत्थों वापस किवें परतना है, इस गल ते आओ।
ਔਰ ਮੈਂ ਤਾਂ ਹੁਣ ਇੱਥੋਂ ਤੱਕ ਜਾਣ ਨੂੰ ਤਿਆਰ ਹਾਂ ਕਿ ਇੰਡੀਵਿਜੂਅਲੀ ਇਨਸਾਨ ਇਹ ਕਣਕ ਦੀ ਜੀ ਖਰੀਦਾਰੀ ਤੇ ਆ ਰੌਲਾ ਪੈ ਗਿਆ ਜੀ, ਕਿਸਾਨਾਂ ਨੂੰ ਉਹ ਨਹੀਂ ਪਿਆ ਮਿਲਦਾ, ਖਾਦ ਇੰਨੇ ਦੀ ਹੈ। ਅੱਛਾ ਜੀ, ਕਣਕ ਜਿਹੜੀ 2800 ਦੀ ਮਾਣੇ, ਪੀਜ਼ਾ 3000 ਦਾ ਲਾਰਜ ਫੈਮਿਲੀ ਸਾਈਜ਼। ਇਹ ਗੱਲਾਂ ਸਾਰੀਆਂ ਮਤਲਬ ਜਿਸ ਵੀ ਕਿਸੇ ਉਹ ਸੋਸ਼ਲ ਮੀਡੀਆ 'ਤੇ ਲਾਈ ਹੈ ਪੋਸਟ ਕਿ ਕਣਕ ਦੇ ਲਈ 2800 ਦਾ ਮਣ ਪੇ ਲੱਭਦੀ ਹੈ ਅਤੇ ਪੀਜ਼ਾ 3000 ਦਾ। ਬੰਦਾ ਉਹਨਾਂ ਨੂੰ ਪੁੱਛੇ ਵੀ ਇਹਨਾਂ ਨੂੰ ਪੀਜ਼ੇ 'ਤੇ ਲਾਇਆ ਕਿੰਨੇ ਵੇ? ਇਹਦਾ ਮਤਲਬ ਹੈ ਇਨਸਾਨਾਂ ਦੀ ਜਿਹੜੇ ਉੱਥੇ ਇਨਸਾਨ ਤਬਕਾਤ ਆਬਾਦ ਨੇ, ਮੌਜੂਦ ਨੇ, ਉਹਨਾਂ ਦੀ ਜ਼ਿਹਨੀ ਤਰਬੀਅਤ 'ਤੇ ਕਿਸੇ ਕੰਮ ਨਹੀਂ ਕੀਤਾ। ਮੀਡੀਆ ਇਨਫੋਟੇਨਮੈਂਟ ਤੇ ਪਤਾ ਨਹੀਂ ਕਿਹੜੀ ਕਿਹੜੀ ਟੇਨਮੈਂਟ 'ਤੇ ਲੱਗਾ ਹੈ, ਔਰ ਉਹਦਾ ਮਤਲਬ ਇਹ ਵੇ ਕਿ ਸਾਨੂੰ ਪੈਸੇ ਕਿੱਥੋਂ ਲੱਭਣੇ ਨੇ, ਸਾਡੀ ਸ਼ੈ ਕਿਹੜੀ ਵਿਕਦੀ ਹੈ, ਸਾਡੇ ਬੰਦਿਆਂ ਦਾ, ਸਾਡੀ ਨਸਲਾਂ ਦਾ, ਸਾਡੇ ਹਾਲ ਦਾ ਔਰ ਸਾਡੇ ਮੁਸਤਕਬਲ ਦਾ ਬੇੜਾ ਅੱਜ ਗਰਕ ਹੁੰਦਾ ਜਾਂ ਕੱਲ੍ਹ ਹੁੰਦਾ, ਉਹਦੇ ਨਾਲ ਉਹਨਾਂ ਦਾ ਕੰਸਰਨ ਕੋਈ ਨਹੀਂ, ਉਹਨਾਂ ਨੂੰ ਗਰਜ਼ ਕੋਈ ਨਹੀਂ ਉਹਦੇ ਨਾਲ। ਇਸ ਹਾਲਤ ਦੇ ਵਿੱਚ ਇਹ ਸਾਡੇ ਹੁੰਗਾਰੇ ਅਤੇ ਸਾਡੇ ਆਈਨਾ ਅਤੇ ਫਲਾਣਾ ਆਖੋ ਤੇ ਸਹੀ ਕਿ ਇਹ 2-4 ਹਜ਼ਾਰ ਵਾਲੇ ਕੀ ਨੇ, ਲੇਕਿਨ ਇਹ 2-4 ਹਜ਼ਾਰ ਵਾਲੇ ਨੇ ਜਿਨ੍ਹਾਂ ਨੂੰ ਕੋਈ ਗੱਲ ਸਮਝ 'ਚ ਆਉਂਦੀ ਪਈ ਹੈ, ਬਾਕੀਆਂ ਦੇ ਤਾਂ ਪੱਲੇ ਸ਼ਾਇਦ ਕੋਈ ਨਹੀਂ ਪੈਂਦੀ। ਇਸ ਵਾਸਤੇ ਗੌਰ ਕਰਨ ਦੀ ਗੱਲ ਹੈ ਕਿ ਪਿੱਛਾਂ ਪਰਤਣ ਵਾਸਤੇ ਆਰਾਮ ਨਾਲ ਕਿਤੇ ਬਹਿ ਕੇ ਆਪਣੇ ਆਪਣੇ ਦਾਇਰੇ 'ਚ ਵੱਡੇ ਤੋਂ ਲੈ ਕੇ ਛੋਟਿਆਂ ਦੇ ਹੁਣ ਸੋਚਣ ਦੀ ਗੱਲ ਹੈ ਕਿ ਇੰਨੇ ਵੱਡੇ ਰਕਬੇ 'ਚ ਆਬਾਦ ਮੁਲਕ ਹੈ, 25 ਕਰੋੜ ਉੱਥੇ ਬੰਦਾ ਹੈ, 25 ਕਰੋੜ ਬੰਦਾ ਹਿਜਰਤ ਨਹੀਂ ਕਰ ਸਕਦਾ ਉਸ ਖਿੱਤਾ ਜ਼ਮੀਨ ਤੋਂ, ਔਰ ਇੰਨਾ ਵੱਡਾ ਜਿਹੜਾ ਖਿੱਤਾ ਹੈ ਉਹਨੂੰ ਖੱਗ ਕੇ ਜਾਂ ਗਾਚੀ ਕੱਢ ਕੇ ਕਿਸੇ ਪਾਸੇ ਨਹੀਂ ਤੁਸੀਂ ਜਾ ਕੇ ਆਬਾਦ ਕਰ ਦੇਣਾ ਤਰੱਕੀ ਯਾਫਤਾ ਮੁਲਕਾਂ ਦੇ ਦਰਮਿਆਨ। ਉੱਥੇ ਤਰੱਕੀ ਤੁਹਾਨੂੰ ਆਪ ਕਰਨੀ ਪੈਣੀ ਹੈ। ਇਹ ਮੌਤ ਜਿਹੜੀ ਹੈ ਆਪ ਚਾਣੀ ਜੇ। ਬਿਲਕੁਲ ਉਹੀ ਬਾਬੇ ਮੱਲੇ ਵਾਲੀ ਗੱਲ ਹੈ ਵੀ ਲੜਾਈ ਸਾਡੀ ਸੀ ਅਤੇ ਅਸੀਂ ਕਬਜ਼ਾ ਨਹੀਂ ਦੇਣਾ ਜਾਂ ਨਹੀਂ ਦਿੱਤਾ ਦਾ ਫੈਸਲਾ ਕਰ ਲਿਆ, ਅਤੇ ਫਿਰ ਉਸ ਦੇ ਬਾਅਦ ਲੜਾਈ ਵੀ ਤੁਸੀਂ ਆਪਣੀ ਆਪ ਲੜਨੀ ਹੈ, ਔਰ ਲੜਾਈ ਤੋਂ ਬਾਅਦ ਜਿਸ ਤੁਹਾਡਾ ਪਰਚੇ ਜਾਂ ਜੇਲਾਂ ਹੋ ਜਾਣੀਆਂ ਨੇ ਤਾਂ ਉਸ ਦੇ ਬਾਅਦ ਆਪਣਾ ਸਿਸਟਮ ਵੀ ਤੁਸੀਂ ਆਪ ਸਾਂਭਣਾ। ਇਹ ਨਹੀਂ ਹੋ ਸਕਦਾ ਕਿ ਕਸ਼ਮੀਰ ਦੀ ਵਜ੍ਹਾ ਤੋਂ ਤੁਹਾਡੀ ਇੰਡੀਆ ਨਾਲ ਲੜਾਈ ਹੈ ਅਤੇ ਦੁਨੀਆ ਤੁਹਾਨੂੰ ਮਤਲਬ ਝੋਲੀਆਂ ਭਰ ਕੇ ਪੈਸੇ ਦੇਣ ਆ ਜੇ। ਲੱਗਦੇ ਕੀ ਹੋ ਤੁਸੀਂ ਲੋਕਾਂ ਦੇ? ਵਜ੍ਹਾ ਕੀ ਕਿ ਤੁਹਾਨੂੰ ਲੋਕ ਹੀ ਪੈਸੇ ਦਿੱਤੀ ਜਾਣ? ਵਜ੍ਹਾ ਕਿਉਂ ਦੇਣ ਤੁਹਾਨੂੰ ਪੈਸੇ? ਇਹ ਤੁਹਾਡੀ ਆਪਣੀ ਰੀਝ ਦੀਆਂ ਵੰਗਾਂ ਨੇ। ਤੁਸੀਂ ਅਗਰ ਆਂਦੇ ਹੋ ਫਲਾਣੀ ਸ਼ਾਇਦ ਤੇ ਸਟੈਂਡ ਲੈਣਾ ਤੇ ਫਿਰ ਤਗੜੇ ਹੋਵੋ, ਫਿਰ ਆਖੋ ਵੀ ਅਸੀਂ ਸਟੈਂਡ ਲੈਣਾ। ਫਿਰ ਉਹਨਾਂ ਦਿਨਾਂ 'ਚ ਅਗਰ ਤੁਸੀਂ ਇਹ ਇਸ਼ਕ ਪਾਲਣੇ ਨੇ, ਤੁਸੀਂ ਐਟਮ ਬੰਬ ਰੱਖਣਾ ਹੈ, ਤੁਸੀਂ ਫੌਜ ਰੱਖਣੀ ਹੈ, ਤੁਹਾਡੇ ਕੋਲ ਬੜੇ ਤਾਕਤ ਮੁਜ਼ਾਹਰੇ ਕਰਨੇ ਨੇ, ਤੁਸੀਂ 23 ਮਾਰਚ ਨੂੰ ਮਤਲਬ ਉੱਥੇ 6 ਸਤੰਬਰ ਨੂੰ ਜਹਾਜ਼ ਉਡਾਣੇ ਨੇ ਰੰਗ ਬਿਰੰਗੇ ਦੇ ਧੂਆਂ ਕੱਢਣ ਵਾਲੇ, ਫਿਰ ਤੁਹਾਨੂੰ ਇਹ ਫੈਸਲਾ ਕਰਨਾ ਪਏਗਾ ਕਿ ਤੁਹਾਡੇ ਮੁੰਡੇ ਨਸ਼ਈ ਨਾ ਹੋਣ, ਤੁਹਾਡੀ ਯੂਥ ਤਮਾਸ਼ਬੀਨ ਨਾ ਹੋਵੇ, ਤੁਹਾਡੇ ਜੱਜ ਜਿਹੜੇ ਨੇ ਉਹ ਵਿਕਣ ਵਾਲੇ ਨਾ ਹੋਣ, ਤੁਹਾਡੇ ਵਕੀਲ ਜਿਹੜੇ ਨੇ ਉਹ ਅਪਰਚੂਨਿਸਟ ਨਾ ਹੋਣ, ਤੁਹਾਡੇ ਉਸਾਤਜ਼ਾ ਜਿਹੜੇ ਨੇ ਉਹ ਤਰਬੀਅਤ ਕਰਨ ਦੇ ਨਾਲ, ਤਾਲੀਮ ਦੇਣ ਨਾਲ ਤਰਬੀਅਤ ਕਰਨ ਦੇ ਵੀ ਅਹਿਲ ਹੋਣ, ਤੁਹਾਡਾ ਮੌਲਵੀ ਮਸਜਿਦਾਂ ਦੇ ਵਿੱਚ ਹਰਾਮਜ਼ਦਗੀ ਤੋਂ ਬਾਜ਼ ਰਹੇ। ਤੁਸੀਂ ਪਹਿਲਾਂ ਬੁਨਿਆਦੀ ਤੌਰ 'ਤੇ ਅੰਦਰ ਆਪਣੇ ਆਪਸ ਵਿੱਚ ਗੁਫ਼ਤਗੂ ਵਿੱਚ ਸੱਚੇ ਹੋਵੋ ਅਤੇ ਤੁਸੀਂ ਖਾਰਜਾ ਪਾਲਿਸੀ 'ਚ ਵੀ ਤੁਹਾਡਾ ਕੋਈ ਭਾਰ ਹੋਵੇ। ਜਦੋਂ ਇਹ ਸਾਰੇ ਫੈਕਟਰ ਜਿਹੜੇ ਨੇ ਇਹ ਜ਼ੀਰੋ ਨੇ ਅਤੇ ਨਿਰੀ ਹੁੱਬੁਲ ਵਤਨੀ ਦੀ ਫੀਮ ਦੇ ਕੇ ਤੇ ਤੁਸੀਂ ਆਖੋਗੇ ਮਤਲਬ ਤੁਹਾਡਾ ਮੁਲਕ ਤੇ ਤੁਸੀਂ ਤਰੱਕੀ ਕਰ ਜਾਓਗੇ, ਨਹੀਂ ਹੋ ਸਕਦਾ। ਤਰੱਕੀ ਦਾ ਇੰਡੀਕੇਟਰ ਇਹ ਵੇ ਕਿ ਤੁਸੀਂ ਉੱਥੇ ਬੈਠੇ ਰਹੋ, ਅਤੇ ਜਦੋਂ ਤੁਹਾਨੂੰ ਉੱਥੋਂ ਨੱਸਣ 'ਚ ਪਾਕਿਸਤਾਨ ਦਾ ਅਜੇ ਉੱਥੇ ਹੀ ਹੁੰਦੇ ਸਨ ਅਤੇ ਮਜ਼ਹਰ ਬਰਲਾਸ ਕੋਲ ਇੱਕ ਦਿਨ ਉਹਦੇ ਕੋਲ ਵੀ ਜਵਾਬ ਉਹਨਾਂ ਦਿਨਾਂ 'ਚ ਕੋਈ ਨਹੀਂ ਸੀ, ਅਤੇ ਆਂਦਾ ਲਓ ਜੀ ਅੱਜ ਤੁਹਾਨੂੰ ਨਵਾਂ ਨਾਅਰਾ ਸੁਣਾਈਏ। ਮੈਂ ਕਿਹਾ ਜੀ ਦੱਸੋ। ਕਹਿੰਦਾ ਉਹ ਜਿਹੜਾ ਹੁੰਦਾ ਸੀ ਨਾ ਪਾਕਿਸਤਾਨ ਜ਼ਿੰਦਾਬਾਦ, ਹੁਣ ਇਹ ਵੇ ਪਾਕਿਸਤਾਨ ਸੇ ਜ਼ਿੰਦਾ ਭਾਗ। ਇਹ 2010-11 ਦੀਆਂ ਗੱਲਾਂ ਨੇ। ਲਿਹਾਜ਼ਾ ਪਾਕਿਸਤਾਨ ਦੀ ਓਨਰਸ਼ਿਪ ਵਾਪਸ ਦੇਣ ਦੇ ਉੱਤੇ ਕੀ ਇਕਦਾਮਾਤ ਕਰਦੇ ਪਏ ਹੋ, ਉਹਦੀ ਗੱਲ ਕਰੋ।
ਇਹ ਜਿਹੜਾ ਨਾ वो फलाना जेल च ते वो कैदी नंबर है तो फलाने का नाम नहीं लेना तो फलाना इंज हो गया तो ओहदा असां बल्ला ले लिया तो ओहदा असां तीर ये जो कुछ लेंदे देंदे फिरदे हो इहदे नाल कुछ नहीं होण फर्क पैना। तुहानू पाकिस्तान दे विच रहण वाली अवामो नास नू वो माहौल देना पेगा कि वो मुल्क छड्डण ते मजबूर ना होण। तुहानू आइन जिहड़ा वो सारियां दे इनकलूसिव राइट्स अगर देण वाला आइन रखोगे तो इस आइन ने बचना। जिहड़ा निशानी ला ला के ना कि इहदे वास्ते आइन इंज है ते इहदे वास्ते आइन ऐ वे, फिर तुहाडे आइनी इदारे ही इस काबिल नहीं रहने को अपने आइन दे उत्ते अमल करवा सकण। हुण नहीं रहे ना इस वक्त। सुप्रीम कोर्ट एक आइनी इदारा है और सुप्रीम कोर्ट की गल पार्लीमेंट ने नहीं सी ना मनी, आइनी इदारा सी ना। और तीसरे नंबर पर इन्हां दोवां नूं अपनी अपनी थां ते उंगलियां ते नचाण वाला जिहड़ा तीसरा इदारा है वह भी आइनी इदारा ही है। लिहाजा और हुण भी रीसेंटली रियासत का एक शोबा जिहड़ा उहदे ते रियासत का दूजा शोबा हमले कर रहा। दोवें बंदूक वाले ने, एक दी बंदूक जरा बार्डर के अंदर वाले पासे वाली है, दूजी बार्डर के बाहर वाले पासे दी। और दोवां नूं ये अकल नहीं, दोनों च शऊर नहीं है कि अगर ये पुलिस ते फौज लड़ पैण आपस च तो दुनिया नूं बाकी तुहानूं होर कुछ कहण दी जरूरत ही नहीं। और बाकी है जिहड़ियां शफाफियत ते माली मामलात ते ये वो जद तक तुसी पीजे की जहनीयत जो बाहर नहीं निकलोगे ना, तुहानूं पहला बंदा पूछे तुसां पीज़ा करना की है। जिथे अक्सरीयत नूं रोटी कपड़ा जुत्ती सिर ते छाती नहीं अवेलेबल, वो भज भज के पीजिया च लैण की जाते ने। ये गल अज तो मैं पे करना, अज तो बहुत अरसा पहला चौधरी ज़फ़रुल्लाह खान साहब ने इत्थे कोई जुत्ते बूट वेंदे सन पे, तो नाल सैकटरी ने आख्या भी तुसीं लै सकदे हो, आंदे सन नहीं कीमत ज़्यादा है मैं नहीं लैना। उन्हें कही तुहाडी एंटाइटलमेंट है। उन्हें आख्या एंटाइटलमेंट का मैनूं भी पता है लेकिन पाकिस्तान इन्ने जोगा नहीं फिलहाल मेरी नज़र च कि पाकिस्तान का वज़ीर खारजा इन्ने दी जुत्ती खरीद सके, लिहाजा रहन दो। और नहीं लई उन्होंने। गल ये वे कि वो जेड़े जिन्हों ने तुहानूं ट्रेंड सैट करके देना है वो उस तमाशबीनी चो निकलणगे तो फिर तुसी पीजे ते कणक ते मण की कीमत के दरम्यान मुवाजने वाले पोस्टां लाओगे ना। फिलहाल जितनी तमाशा खुद बने ना, जितना अपनी मंजी आप ठोकी बैठे है मुल्क, और जितना बेड़ा सारियां रल के गरक किया है, ये तो हुण किसी इंडिया का या किसी दूजे तरीजे का नाम लैण का फायदा ही कोई नहीं। लिहाजा जनरल साहब ने उदों असल च ये गल की सी कि बाहर हुण तुहानूं उंज नहीं समझा जाता जिवें तुसीं चाहते हो कि तुहानूं समझा जाए। तो वो समझा उदों तक नहीं जाना जदों तक तुसीं अंदर दयानतदार नहीं होवोगे। अंदर दयानतदार तुसां कोई नहीं होना तो लोकां तुहाडे कोल कुछ लैके नहीं खादा, और लोग तुहाडे भाया नहीं बैठे। दुनिया दीयां हुकूमतां दे कोल बहरहाल सोवरेनिटी है अपने लैवल की, तुहाडे कोल हुण वो कोई नहीं। ना सुने ने वो इस्तेमाल करी रखो। मंग खाणियां दी किहड़ी सोवरेनिटी हुंदी है? वो शहबाज शरीफ का जिहड़ा उहदे ते जुमला आंदे ने कि बैगर्स चूज़र नहीं होंदे, तो ठीक है। फिर हुण तुसीं हुण चूंकि अपने आप नूं बैगर ते तस्लीम कीती बैठे हो, हुण इंसानां ने जिहड़ा उत्थे दा 25 करोड़ जिन्हां दा नाम लिया जाता है, वो हुण किते आखण कि 1000 2000 दे पिछे असीं कोई नहीं, तां गल बननी है। उहदे आस्ते एक पैरां ते भार पाउण दी जरूरत है, और वो पैरां ते भार सोच और शऊर के नतीजे पाया जा सकता है। अल्लाह तौफीक दे जे। फ़ी अमान अल्लाह। अस्सलाम वालेकुम।